प्यारे बच्चों नमस्कार। अज आप गल करांगे 9वीं जमात विशा सवागत जिंदगी पाठ नंबर 9 प्रभावशाली संचार। अज आप इस पाठ के प्रश्न उत्तर करांगे ਅਤੇ इस पाठ ਨੂੰ पढ़ांगे ਤੇ ਇਸ ਨੂੰ ਸਮਝਾਂਗੇ। ਹੁਣ ਆਪਾਂ ਇਸ ਪਾਠ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਤੇ ਜਿੱਥੇ ਜਿੱਥੇ ਇਸ ਦੇ ਵਿੱਚ ਕਿਰਿਆਵਾਂ ਆਉਣਗੀਆਂ ਉਹ ਤੁਹਾਨੂੰ ਸੋਲਵ ਕਰਾਵਾਂਗੇ, ਉਹਨਾਂ ਦੇ ਉੱਤਰ ਵੀ ਦੱਸਾਂਗੇ। ਪਿਆਰੇ ਵਿਦਿਆਰਥੀਓ, ਸੰਚਾਰ ਦਾ ਭਾਵ ਹੁੰਦਾ ਹੈ ਆਪਣੀ ਗੱਲ, ਸੁਨੇਹਾ, ਵਿਚਾਰ ਜਾਂ ਸੂਚਨਾ ਨੂੰ ਦੂਜੇ ਤੱਕ ਪਹੁੰਚਾਉਣਾ ਜਾਂ ਸੁਣਾਉਣਾ ਅਤੇ ਦੂਜੇ ਪਾਸੇ ਤੋਂ ਸੁਣਨਾ, ਦੇਖਣਾ ਜਾਂ ਪੜ੍ਹਨਾ। ਇਸ ਵਿੱਚ ਦੋ ਜਾਂ ਦੋ ਤੋਂ ਵੱਧ ਵਿਅਕਤੀ ਜਾਂ ਧਿਰਾਂ ਦਾ ਹੋਣਾ ਜ਼ਰੂਰੀ ਹੈ। ਆਪਣੇ ਆਪ ਨੂੰ ਵਧੀਆ ਢੰਗ ਨਾਲ ਪ੍ਰਗਟ ਕਰਨਾ ਅਤੇ ਦੂਜੇ ਨੂੰ ਵਧੀਆ ਢੰਗ ਨਾਲ ਸੁਣਨਾ, ਦੇਖਣਾ, ਪੜ੍ਹਨਾ ਜਾਂ ਸਮਝਣਾ ਦੋਵੇਂ ਹੀ ਸਾਡੀ ਸ਼ਖਸੀਅਤ ਨੂੰ ਪ੍ਰਗਟ ਕਰਦੇ ਹਨ। ਇਹ ਇੱਕ ਕਲਾ ਹੈ ਜਿਸ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ ਸ਼ਖਸੀਅਤ ਦਾ ਵਧੀਆ ਪ੍ਰਭਾਵ ਪੈ ਸਕੇ। ਇਸ ਲਈ ਸਾਡਾ ਸੰਚਾਰ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਆਓ ਸਿੱਖਦੇ ਹਾਂ ਕਿ ਪ੍ਰਭਾਵਸ਼ਾਲੀ ਸੰਚਾਰ ਕਿਵੇਂ ਕਰ ਸਕਦੇ ਹਾਂ। ਸੰਚਾਰ ਦਾ ਸੁਚੱਜ। ਸੋਹਣੇ ਢੰਗ ਨਾਲ ਸੰਚਾਰ ਕਰਨਾ ਸਾਡੀ ਸ਼ਖਸੀਅਤ ਨੂੰ ਚਾਰ ਚੰਨ ਲਗਾ ਦਿੰਦਾ ਹੈ। ਇਸ ਦੇ ਮਹੱਤਵ ਬਾਰੇ ਜਾਣਨ ਲਈ ਆਓ ਆਪਾਂ ਇੱਕ ਨਿੱਕੀ ਜਿਹੀ ਖੇਡ ਖੇਡ ਕੇ ਦੇਖਦੇ ਹਾਂ। ਸਾਰੀ ਜਮਾਤ ਦੇ ਵਿਦਿਆਰਥੀ ਇੱਕ ਗੋਲ ਘੇਰੇ ਵਿੱਚ ਬੈਠ ਜਾਣਗੇ। ਜੇਕਰ ਜਮਾਤ ਵੱਡੀ ਹੈ ਤਾਂ ਇਹ ਖੇਡ ਅੱਧੇ ਅੱਧੇ ਵਿਦਿਆਰਥੀ ਵੰਡ ਕੇ ਅਲੱਗ-ਅਲੱਗ ਖੇਡ ਸਕਦੇ ਹਨ। ਹੁਣ ਕਿਸੇ ਇੱਕ ਵਿਦਿਆਰਥੀ ਨੂੰ ਅਧਿਆਪਕ ਕੰਨ ਵਿੱਚ ਕੋਈ ਗੱਲ ਦੱਸੇਗਾ। ਉਸ ਵਿਦਿਆਰਥੀ ਨੇ ਇਹ ਗੱਲ ਕੰਨ ਵਿੱਚ ਆਪਣੇ ਨਾਲ ਵਾਲੇ ਸੱਜੇ ਪਾਸੇ ਬੈਠੇ ਵਿਦਿਆਰਥੀ ਨੂੰ ਦੱਸਣੀ ਹੈ। ਉਹ ਵਿਦਿਆਰਥੀ ਅਗਲੇ ਨੂੰ ਕੰਨ ਵਿੱਚ ਦੱਸੇਗਾ। ਇਸ ਤਰ੍ਹਾਂ ਇਹ ਗੱਲ ਅੱਗੇ ਤੱਕ ਚੱਲਦੀ ਜਾਵੇਗੀ ਅਤੇ ਵਾਪਸ ਪਹਿਲੇ ਵਿਦਿਆਰਥੀ ਤੱਕ ਉਸਦੇ ਖੱਬੇ ਪਾਸੇ ਬੈਠੇ ਵਿਦਿਆਰਥੀ ਦੁਬਾਰਾ ਆ ਜਾਵੇਗੀ। ਇਸ ਲਈ ਇਹਨਾਂ ਸ਼ਰਤਾਂ ਦਾ ਧਿਆਨ ਰੱਖਿਆ ਜਾਵੇ। ਗੱਲ ਕੇਵਲ ਇੱਕ ਵਾਰ ਹੀ ਦੱਸਣੀ ਹੈ, ਦੂਜੀ ਵਾਰ ਨਹੀਂ। ਗੱਲ ਗੁਪਤ ਰੂਪ ਵਿੱਚ ਕੇਵਲ ਕੰਨ ਵਿੱਚ ਇਸ ਢੰਗ ਨਾਲ ਦੱਸੀ ਜਾਵੇ ਕਿ ਹੋਰ ਕਿਸੇ ਨੂੰ ਨਾ ਸੁਣੇ। ਕੋਈ ਵੀ ਵਿਦਿਆਰਥੀ ਰੁਕੇਗਾ ਨਹੀਂ, ਗੱਲ ਸੁਣਦੇ ਸਾਰ ਹੀ ਅੱਗੇ ਦੱਸੇਗਾ। ਇਸ ਦਾ ਅਰਥ ਇਹ ਨਹੀਂ ਕਿ ਤੇਜ਼ ਬੋਲਣਾ ਜਾਂ ਕਾਹਲੀ ਕਰਨੀ ਹੈ। ਪਹਿਲਾ ਵਿਦਿਆਰਥੀ ਹੇਠ ਲਿਖੀ ਗੱਲ ਅਗਲੇ ਵਿਦਿਆਰਥੀ ਦੇ ਕੰਨ ਵਿੱਚ ਦੱਸੇਗਾ। ਮੋਤੀ ਲਾਲ ਦੀ ਜੁੱਤੀ ਗਵਾਚ ਗਈ, ਤੇਰੀ ਜੁੱਤੀ ਦਾ ਰੰਗ ਕੀ ਹੈ? ਇਹ ਗੱਲ ਪਹਿਲੇ ਵਿਦਿਆਰਥੀ ਤੋਂ ਸ਼ੁਰੂ ਹੋ ਕੇ ਵਾਪਸ ਪਹਿਲੇ ਵਿਦਿਆਰਥੀ ਤੱਕ ਪਹੁੰਚੇਗੀ ਤਾਂ ਹੋ ਸਕਦਾ ਹੈ ਉਹ ਬਦਲ ਜਾਵੇ। ਹੁਣ ਪਹਿਲਾ ਵਿਦਿਆਰਥੀ ਬੋਰਡ ਉੱਤੇ ਪਹਿਲਾਂ ਉਹ ਗੱਲ ਲਿਖੇਗਾ ਜੋ ਦੱਸੀ ਸੀ ਅਤੇ ਫਿਰ ਉਹ ਲਿਖੇਗਾ ਜੋ ਸੁਣੀ ਸੀ। ਜੇਕਰ ਦੋਹਾਂ ਵਿੱਚ ਅੰਤਰ ਆਉਂਦਾ ਹੈ ਤਾਂ ਸਾਰੀ ਜਮਾਤ ਹੇਠ ਲਿਖੀ ਸਾਰਣੀ ਵਿੱਚ ਸੂਚਨਾ ਭਰੇਗੀ। ਵਿਦਿਆਰਥੀ ਦਾ ਨਾਂ, ਰੋਲ ਨੰਬਰ, ਕੀ ਗੱਲ ਸੁਣੀ ਸੀ, ਕੀ ਗੱਲ ਅੱਗੇ ਦੱਸੀ, ਜੇ ਸੁਣਨ ਅਤੇ ਦੱਸਣ ਵਿੱਚ ਫਰਕ ਆਇਆ ਤਾਂ ਕਿਵੇਂ ਆਇਆ। ਠੀਕ ਹੈ, ਹੁਣ ਆਪਾਂ ਬੱਚੋ ਅੱਗੇ ਦੇਖਦੇ ਹਾਂ। ਪਹਿਲਾਂ ਹੈਗਾ ਜਤਿੰਦਰ ਦਾ ਰੋਲ ਨੰਬਰ ਹੈਗਾ ਬੱਚੋ 14 ਅਤੇ ਉਸਨੇ ਕੀ ਗੱਲ ਸੁਣੀ ਸੀ, ਮੋਤੀ ਲਾਲ ਦੀ ਕੁੱਤੀ ਗਵਾਚ ਗਈ। ਅਤੇ ਉਸਨੇ ਅੱਗੇ ਕੀ ਦੱਸਿਆ, ਮੋਤੀ ਲਾਲ ਦੀ ਕੁੱਤੀ ਗਵਾਚ ਗਈ। ਅਤੇ ਅਗਲੇ ਨੇ ਗੱਲ ਧਿਆਨ ਨਾਲ ਨਹੀਂ ਸੁਣੀ। ਉਸ ਤੋਂ ਜਿਹੜਾ ਅਗਲਾ ਉਸ ਤੋਂ ਅਗਲੇ ਬੱਚੇ ਨੇ ਗੱਲ ਧਿਆਨ ਨਾਲ ਨਹੀਂ ਸੁਣੀ। ਅਤੇ ਅਗਲਾ ਬੱਚਾ ਕਿਹੜਾ ਬੱਚੋ, ਮਨਿੰਦਰ ਦਾ ਰੋਲ ਨੰਬਰ ਕਿੰਨਾ ਹੈ, 16। ਮੋਤੀ ਲਾਲ ਦੀ ਕੁੱਤੀ ਗਵਾਚ ਗਈ। ਮੋਤੀ ਲਾਲ ਦੀ ਕੁੱਤੀ ਗਵਾਚ ਗਈ ਉਸਨੇ ਇਸ ਤਰ੍ਹਾਂ ਦੱਸਿਆ ਅਤੇ ਉਸਨੇ ਵੀ ਗੱਲ ਧਿਆਨ ਨਾਲ ਨਹੀਂ ਸੁਣੀ। ਠੀਕ ਹੈ, ਅੱਗੇ ਹੈਗਾ ਬੱਚੋ ਰਾਜੂ ਦਾ ਰੋਲ ਨੰਬਰ ਕਿੰਨਾ ਹੈ, 17। ਅਤੇ ਉਸਨੇ ਕੀ ਕਿਹਾ, ਸੁੱਚੇ ਲਾਲ ਦੀ ਕੁੱਤੀ ਗਵਾਚ ਗਈ। ਸੁੱਚੇ ਲਾਲ ਦੀ ਕੁੱਤੀ ਗਵਾਚ ਗਈ। ਅਤੇ ਉਸਨੇ ਅੱਗੇ ਇਹ ਸੁਣਿਆ ਸੀ ਬੱਚਿਓ ਅਤੇ ਉਸਨੇ ਅੱਗੇ ਦੱਸਿਆ ਸੁੱਚੇ ਲਾਲ ਦੀ ਕੁੱਤੀ ਗੁੱਚੀ ਗਵਾਚ ਗਈ। ਇੱਥੇ ਬੱਚੇ ਇਹਨੇ ਗੁੱਚੀ ਕਿਹਾ। ਠੀਕ ਹੈ, ਗੁੱਚੀ ਗਵਾਚ ਗਈ, ਇੱਥੇ ਵੀ ਗੁੱਚੀ ਹੈ ਅਤੇ ਇੱਥੇ ਮੋਤੀ ਲਾਲ ਦੀ ਜਗ੍ਹਾ 'ਤੇ ਸੁੱਚੇ ਲਾਲ ਹੈ। ਸੁੱਚੇ ਲਾਲੇ ਦੀ ਗੁੱਚੀ ਗਵਾਚ ਗਈ। ਅਤੇ ਉਸਨੇ ਵੀ ਇਸ ਤਰ੍ਹਾਂ ਅੱਗੇ ਉਸਨੂੰ ਇਹ ਗੱਲ ਕਹਿ ਦਿੱਤੀ। ਅੱਗੇ ਹੁਣ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਗੱਲ ਕੀ ਸੀ ਅਤੇ ਉਹ ਕਿਵੇਂ ਬਦਲਦੀ ਗਈ। ਜਦੋਂ ਇਸ ਦਾ ਕਾਰਨ ਲਿਖਿਆ ਜਾਵੇਗਾ ਤਾਂ ਲਗਭਗ ਹਰੇਕ ਵਿਦਿਆਰਥੀ ਦਾ ਉੱਤਰ ਇਹੀ ਹੋਵੇਗਾ, ਮੈਨੂੰ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆਈ ਕਿਉਂਕਿ ਮੈਨੂੰ ਸਪਸ਼ਟ ਰੂਪ ਵਿੱਚ ਦੱਸਿਆ ਨਹੀਂ ਗਿਆ। ਮੈਂ ਅੰਦਾਜ਼ਾ ਲਗਾ ਲਿਆ ਕਿ ਇਹ ਗੱਲ ਹੋਵੇਗੀ। ਪਿਆਰੇ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਇਹ ਸਮੱਸਿਆ
ਇਸ ਕਰਕੇ ਆਈ ਕਿ ਪਹਿਲੇ ਵਿਦਿਆਰਥੀ ਨੇ ਸਹੀ ਢੰਗ ਨਾਲ ਗੱਲ ਦਾ ਉਚਾਰਨ ਨਹੀਂ ਕੀਤਾ। ਅਧੂਰੇ ਸੰਚਾਰ ਕਰਕੇ ਸਾਰੀ ਗੱਲ ਵਿਗੜ ਗਈ। ਦੂਜੀ ਸਥਿਤੀ ਵਿੱਚ ਵੀ ਹੋ ਸਕਦੀ ਹੈ ਕਿ ਤੁਸੀਂ ਸਹੀ ਢੰਗ ਨਾਲ ਸੁਣਿਆ ਹੀ ਨਾ ਹੋਵੇ। ਤੁਸੀਂ ਅੰਦਾਜ਼ੇ ਲਗਾਓ। ਆਮ ਜ਼ਿੰਦਗੀ ਵਿੱਚ ਜਦੋਂ ਅਸੀਂ ਗੱਲ ਨੂੰ ਅੱਗੇ ਗਲਤ ਰੂਪ ਵਿੱਚ ਦੱਸਦੇ ਹਾਂ ਤਾਂ ਕਿੰਨੀਆਂ ਹੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਦੇਖਦੇ ਹਾਂ ਕਿਸ ਸਾਡੇ ਬੋਲਦੇ ਸਮੇਂ ਸਾਡੇ ਬੋਲਣ ਦੀ ਗਲਤ ਸੁਰ ਜਾਂ ਪਿੱਚ ਅਤੇ ਠਹਿਰਾਓ ਨਾਲ ਕਿਵੇਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਲਦੀਪ ਅਤੇ ਮਨੀ ਸਵੇਰੇ ਸਵੇਰੇ ਘਰ ਤੋਂ ਸਕੂਲ ਵੱਲ ਜਾ ਰਹੇ ਹਨ। ਰਸਤੇ ਵਿੱਚ ਜਾਂਦੇ ਸਮੇਂ ਅਚਾਨਕ ਕੁਲਦੀਪ ਦੀ ਪਿੱਛੇ ਨਜ਼ਰ ਪਈ ਤਾਂ ਉਸਨੇ ਦੇਖਿਆ ਕਿ ਪਿੱਛੇ ਇੱਕ ਮੋਟਰਸਾਈਕਲ ਬਹੁਤ ਤੇਜ਼ੀ ਨਾਲ ਆ ਰਿਹਾ ਹੈ। ਤਾਂ ਅਚਾਨਕ ਉਹ ਮਨੀ ਨੂੰ ਕਹਿੰਦਾ ਹੈ, ਮਨੀ ਭੱਜ ਨਾ ਰੁਕ। ਇਹ ਗੱਲ ਕਹਿ ਕੇ ਉਹ ਆਪ ਭੱਜ ਕੇ ਪਾਸੇ ਹੋ ਜਾਂਦਾ ਹੈ ਅਤੇ ਮਨੀ ਦੇ ਰੁਕ ਜਾਣ ਨਾਲ ਮੋਟਰਸਾਈਕਲ ਉਸਦੇ ਨਜ਼ਦੀਕ ਆ ਜਾਂਦਾ ਹੈ ਅਤੇ ਮਨੀ ਦੇ ਪੈਰ 'ਤੇ ਸੱਟ ਲੱਗ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਦੱਸ ਸਕਦੇ ਹੋ ਕਿ ਸੱਟ ਕਿਉਂ ਵੱਜੀ। ਵਿਦਿਆਰਥੀ ਕੁਝ ਸਮਾਂ ਇਸ ਬਾਰੇ ਸੋਚਣ। ਆਓ ਹੁਣ ਅਸਲੀ ਕਾਰਨ ਲੱਭੀਏ। ਕੀ ਕਿਹਾ ਉਹਨੇ ਬੱਚਿਓ? ਕੀ ਕਿਹਾ ਸੀ? ਮਨੀ ਭੱਜ ਨਾ ਰੁਕ। ਤੇ ਕੀ ਕਹਿਣਾ ਕੀ ਸੀ ਬੱਚੇ ਉਸਨੇ? ਮਨੀ ਭੱਜ ਨਾ ਰੁਕ। ਠੀਕ ਹੈ। ਤੇ ਕਾਰਨ ਕੀ ਸੀ? ਉਚਾਰਨ ਸਮੇਂ ਗਲਤ ਥਾਂ ਠਹਿਰਾਓ। ਠੀਕ ਹੈ। ਉਸਨੇ ਕਹਿਣਾ ਸੀ ਬੱਚਿਓ ਮਨੀ ਭੱਜ ਵੀ ਤੂੰ ਭੱਜ ਜਾ, ਰੁਕ ਨਾ। ਠੀਕ ਹੈ। ਪਰ ਉਸਨੇ ਕਿਹਾ ਮਨੀ ਨਾ ਭੱਜ ਤੇ ਰੁਕ। ਇਹ ਦੋਵਾਂ ਦੇ ਵਿੱਚ ਫਰਕ ਹੋ ਗਿਆ। ਇਸ ਲਈ ਸਾਨੂੰ ਗੱਲਬਾਤ ਕਰਦੇ ਸਮੇਂ ਸ਼ਬਦਾਂ ਦਾ ਉਚਾਰਨ, ਠਹਿਰਾਓ ਅਤੇ ਸ਼ਬਦਾਂ 'ਤੇ ਜ਼ੋਰ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਗੱਲ ਸ਼ੁੱਧ ਰੂਪ ਵਿੱਚ ਸੁਣਨ ਵਾਲੇ ਤੱਕ ਪਹੁੰਚ ਸਕੇ। ਉਚਾਰਨ ਦੇ ਨਾਲ ਨਾਲ ਵਧੀਆ ਢੰਗ ਨਾਲ ਸੁਣਨਾ ਵੀ ਵਧੀਆ ਸੰਚਾਰ ਲਈ ਓਨਾ ਹੀ ਮਹੱਤਵ ਰੱਖਦਾ ਹੈ। ਕੀ ਤੁਹਾਨੂੰ ਸੁਣਨਾ ਆਉਂਦਾ ਹੈ? ਵਧੀਆ ਸੰਚਾਰ ਲਈ ਸਾਨੂੰ ਵੱਧ ਤੋਂ ਵੱਧ ਸੁਣਨ ਦਾ ਅਭਿਆਸ ਵੀ ਕਰਨਾ ਚਾਹੀਦਾ ਹੈ। ਸੁਣਨ ਲਈ ਸਾਡੀ ਰੁਚੀ ਅਤੇ ਸਮਝਦਾਰੀ ਹੋਣੀ ਜ਼ਰੂਰੀ ਹੈ। ਹੁਣ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਮਨ ਵਿੱਚ ਸੋਚੋ ਕਿ ਤੁਹਾਨੂੰ ਕਿਹੜੇ ਦੋਸਤ, ਮਿੱਤਰ, ਰਿਸ਼ਤੇਦਾਰ, ਗੁਆਂਢੀ ਪਸੰਦ ਹਨ ਅਤੇ ਕਿਹੜੇ ਨਾ ਪਸੰਦ ਹਨ। ਇਹਨਾਂ ਵਿੱਚੋਂ ਕਿਸੇ 5 ਦੀ ਸੂਚੀ ਤੁਸੀਂ ਹੇਠ ਲਿਖੀ ਸਾਰਣੀ ਵਿੱਚ ਭਰੋ। ਸਾਰਣੀ ਵਿੱਚ ਕਿਸੇ ਦਾ ਨਾਮ ਨਹੀਂ ਲਿਖਣਾ, ਸਗੋਂ ਉਸ ਦੇ ਲਈ ਤੁਸੀਂ ਪੰਜਾਬੀ ਵਰਣਮਾਲਾ ਦੇ ਅੱਖਰ ਲਿਖਣੇ ਹਨ ਅਤੇ ਇਹਨਾਂ ਨਾਮਾਂ ਬਾਰੇ ਕੋਈ ਵਿਦਿਆਰਥੀ ਕਿਸੇ ਨੂੰ ਨਹੀਂ ਦੱਸੇਗਾ। ਹੁਣ ਬੱਚਿਓ ਅੱਗੇ ਦੇਖਦੇ ਹਾਂ। ਜਿਹੜੇ ਪਸੰਦ ਹਨ ਉਹ ਕਿਉਂ ਪਸੰਦ ਹਨ? ਠੀਕ ਹੈ। ਉਹਨਾਂ ਦੇ ਨਾਮ ਆਪਾਂ ਕੀ ਲਿਖਣੇ ਨੇ? ਊੜਾ, ਆੜਾ, ਈੜੀ, ਸੱਸਾ, ਹਾਹਾ। ਠੀਕ ਹੈ। ਅਤੇ ਜਿਹੜੇ ਨਾ ਪਸੰਦ ਹਨ ਉਹ ਕਿਉਂ ਨਾ ਪਸੰਦ ਹਨ, ਕਿਉਂ ਪਸੰਦ ਨਹੀਂ ਹਨ? ਉਹਨਾਂ ਦੇ ਨਾਮ ਵੀ ਬੱਚਿਓ ਆਪਾਂ ਊੜਾ, ਆੜਾ, ਈੜੀ, ਸੱਸਾ, ਹਾਹਾ ਲਿਖਾਂਗੇ। ਠੀਕ ਹੈ। ਅਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ ਕਿਉਂ ਪਸੰਦ ਹੈ। ਅਤੇ ਉਹ ਹਸਮੁਖ ਹੈ, ਉਹ ਨਿਮਰਤਾ ਨਾਲ ਬੋਲਦਾ ਹੈ, ਗੱਲ ਧਿਆਨ ਨਾਲ ਸੁਣਦਾ ਹੈ ਅਤੇ ਠਰ੍ਹੰਮਾ ਬਹੁਤ ਹੈ। ਬੋਲਣ ਲੱਗਿਆਂ ਮੂੰਹ ਵਿੱਚੋਂ ਫੁੱਲ ਕਿਰਦੇ ਹਨ, ਮਜ਼ਾਕ ਨਹੀਂ ਉਡਾਉਂਦਾ। ਬੱਚਿਓ ਜਿਹੜੇ ਪਸੰਦ ਨਹੀਂ ਹਨ ਉਹ ਹਰ ਵਕਤ ਮੱਥੇ 'ਤੇ ਤਿਉੜੀ ਪਾਈ ਰੱਖਦਾ ਹੈ, ਹਰ ਵਕਤ ਰੁੱਖਾ ਬੋਲਦਾ ਹੈ, ਆਪ ਹੀ ਬੋਲਦਾ ਰਹਿੰਦਾ ਹੈ, ਦੂਜੇ ਦੀ ਤਾਂ ਗੱਲ ਹੀ ਨਹੀਂ ਸੁਣਦਾ, ਗਾਲਾਂ ਕੱਢਣ ਲੱਗ ਜਾਂਦਾ ਹੈ, ਮਜ਼ਾਕ ਵੀ ਉਡਾਉਂਦਾ ਹੈ ਅਤੇ ਬੇਇੱਜ਼ਤੀ ਵੀ ਕਰ ਦਿੰਦਾ ਹੈ। ਅੱਗੇ ਦੇਖਦੇ ਹਾਂ ਬੱਚਿਓ। ਤੁਹਾਡੀ ਪਸੰਦ ਅਤੇ ਨਾਪਸੰਦ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਹਨ ਅਤੇ ਇਹਨਾਂ ਦੇ ਕਾਰਨ ਦੀ ਵੀ ਵਿਆਖਿਆ ਕੀਤੀ ਗਈ ਹੈ। ਪਸੰਦ ਨਾਪਸੰਦ ਦਾ ਕਾਰਨ ਅਤੇ ਵਿਆਖਿਆ। ਮੈਨੂੰ ਸੁਭਾਅ ਪਸੰਦ ਹੈ ਜਾਂ ਪਸੰਦ ਨਹੀਂ। ਸੁਭਾਅ ਦਾ ਪ੍ਰਗਟਾਵਾ ਗੱਲ ਕਰਨ ਦੇ ਲਹਿਜੇ ਤੋਂ ਹੁੰਦਾ ਹੈ, ਜਿਸ ਦਾ ਸਾਡੇ ਸਰੀਰਕ ਹਾਵਾਂ ਭਾਵਾਂ ਅਤੇ ਮਨ ਦੀ ਅਵਸਥਾ ਨਾਲ ਹੁੰਦਾ ਹੈ। ਗੱਲਬਾਤ ਕਰਨ ਦਾ ਢੰਗ ਸਹੀ ਹੈ ਜਾਂ ਸਹੀ ਨਹੀਂ ਹੈ, ਇਸ ਦਾ ਸੰਬੰਧ ਤੁਹਾਡੇ ਨਾਲ ਹੈ ਅਤੇ ਦੂਜਿਆਂ ਨੂੰ ਸਤਿਕਾਰ ਦੇਣ ਨਾਲ ਹੈ। ਵਿਹਾਰ ਅਤੇ ਸਤਿਕਾਰ ਦੇ ਪ੍ਰਗਟਾਵੇ ਲਈ ਮਨ ਦੀਆਂ ਸ਼ੁੱਧ ਭਾਵਨਾਵਾਂ ਅਤੇ ਸਰੀਰਕ ਹਾਵ ਭਾਵ ਪ੍ਰਮੁੱਖ ਹਨ। ਸਮੇਂ ਅਨੁਸਾਰ ਢੁਕਵੀਂ ਗੱਲਬਾਤ ਕਰਨ ਦੀ ਜਾਂਚ ਹੈ ਜਾਂ ਨਹੀਂ। ਇਸ ਦਾ ਸੰਬੰਧ ਇਸ ਗੱਲ ਨਾਲ ਹੈ ਕਿ ਕੀ ਉਹ ਤੁਹਾਡੀ ਗੱਲ ਸੁਣਦਾ ਹੈ ਕਿ ਆਪਣੀ ਹੀ ਸੁਣਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਇਸ ਲਈ ਸੁਣਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ। ਗੱਲਬਾਤ ਦੀ ਸ਼ਬਦਾਵਲੀ ਚੰਗੀ ਹੈ ਜਾਂ ਮਾੜੀ ਹੈ। ਇਸ ਦਾ ਸੰਬੰਧ ਗੱਲਬਾਤ ਕਰਦੇ ਸਮੇਂ ਸ਼ਬਦਾਂ ਦੀ ਚੋਣ ਨਾਲ ਹੈ। ਸ਼ਬਦ ਸਲੀਕੇ, ਸਤਿਕਾਰ ਅਤੇ ਅਪਣੱਤ ਦੀ ਭਾਵਨਾ ਪ੍ਰਗਟ ਕਰਨ ਵਾਲੇ ਹੋਣੇ ਚਾਹੀਦੇ ਹਨ। ਹੁਣ ਸਾਰੇ ਵਿਦਿਆਰਥੀ ਆਪਣੇ ਮਨ ਵਿੱਚ ਵਿਚਾਰ ਕਰਨ ਕਿ ਜਿਹੜੇ ਕਾਰਨਾਂ ਕਰਕੇ ਤੁਹਾਨੂੰ ਕੋਈ ਪਸੰਦ ਨਹੀਂ, ਉਹਨਾਂ ਕਾਰਨਾਂ ਕਰਕੇ
ਕੋਈ ਦੂਜਾ ਵੀ ਤੁਹਾਨੂੰ ਪਸੰਦ ਜਾਂ ਨਾਪਸੰਦ ਕਰ ਸਕਦਾ ਹੈ। ਇਸ ਲਈ ਕਾਰਨਾਂ ਦੀ ਵਿਆਖਿਆ ਸਮਝ ਕੇ ਪਸੰਦ ਦੇ ਕਾਰਨਾਂ ਵਾਲੇ ਗੁਣ ਪੈਦਾ ਕਰੀਏ ਅਤੇ ਨਾਪਸੰਦ ਦੇ ਕਾਰਨਾਂ ਵਾਲੇ ਔਗੁਣ ਆਪਣੇ ਅੰਦਰੋਂ ਖਤਮ ਕਰੀਏ। ਉਪਰੋਕਤ ਪਸੰਦ ਅਤੇ ਨਾਪਸੰਦ ਦੇ ਕਾਰਨਾਂ ਦੀ ਵਿਆਖਿਆ ਵਿੱਚ ਅਸੀਂ ਦੇਖਦੇ ਹਾਂ ਕਿ ਹਰੇਕ ਕਾਰਨ ਸਾਡੇ ਸਵੈ ਪ੍ਰਗਟਾਵੇ ਨਾਲ ਜੁੜਿਆ ਹੋਇਆ ਹੈ, ਭਾਵ ਅਸੀਂ ਕਿਵੇਂ ਦੂਜਿਆਂ ਨਾਲ ਸੰਚਾਰ ਕਰਦੇ ਹਾਂ। ਇਸ ਵਿੱਚ ਸਾਡੀ ਭਾਸ਼ਾ, ਸ਼ਬਦ ਚੋਣ ਅਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਾਡੇ ਸੁਚੱਜੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਦੂਜੇ ਪਾਸੇ ਸਾਡੇ ਵਿਹਾਰ, ਸੁਭਾਅ, ਮਨ ਦੇ ਹਾਵਾਂ ਭਾਵਾਂ ਦਾ ਪ੍ਰਗਟਾਵਾ ਵੀ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਅਸੀਂ ਗੈਰ ਭਾਸ਼ਾਈ ਸੰਚਾਰ ਜਾਂ ਸਰੀਰਕ ਭਾਸ਼ਾ ਕਹਿੰਦੇ ਹਾਂ। ਸੁਚੱਜੇ ਸੰਚਾਰ ਵਿੱਚ ਸਰੀਰਕ ਭਾਸ਼ਾ ਦਾ ਵੀ ਓਨਾ ਹੀ ਮਹੱਤਵ ਹੈ ਜਿੰਨਾ ਸਾਡੇ ਬੋਲਾਂ ਜਾਂ ਭਾਸ਼ਾ ਦਾ। ਆਪਣੀ ਸਰੀਰਕ ਭਾਸ਼ਾ ਰਾਹੀਂ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਦੂਜੇ ਨਾਲ ਸੰਚਾਰ ਕਰ ਸਕਦੇ ਹਾਂ, ਆਓ ਇਸ ਬਾਰੇ ਵਿਸਥਾਰ ਸਹਿਤ ਸਮਝਣ ਦੀ ਕੋਸ਼ਿਸ਼ ਕਰੀਏ। ਸਰੀਰਕ ਭਾਸ਼ਾ। ਕੀ ਅਸੀਂ ਬਿਨਾਂ ਬੋਲੇ ਹੀ ਆਪਣੇ ਹਾਵ ਭਾਵ ਪ੍ਰਗਟ ਕਰ ਸਕਦੇ ਹਾਂ? ਆਓ ਇਸ ਦਾ ਅਭਿਆਸ ਕਰਕੇ ਦੇਖੀਏ। ਸਥਿਤੀ। ਆਪਣੇ ਦੋਸਤ ਜਾਂ ਜਮਾਤੀ ਨੂੰ ਆਪਣੇ ਕੋਲ ਬੁਲਾਓ। ਸਰੀਰਕ ਭਾਸ਼ਾ ਦੇ ਭਾਵ। ਬੱਚਿਓ, ਤੁਸੀਂ ਹੱਥ ਨਾਲ ਉਸ ਨੂੰ ਬੁਲਾ ਸਕਦੇ ਹੋ। ਸਰੀਰਕ ਭਾਸ਼ਾ ਦਾ ਸਾਧਨ ਕੀ ਹੈ ਬੱਚਿਓ? ਹੱਥ। ਆਪਣੀ ਜਿੱਤ ਦਾ ਐਲਾਨ ਕਰੋ। ਜਿੱਤ ਦਾ ਐਲਾਨ ਬੱਚਿਓ ਕਿਵੇਂ ਕਰਾਂਗੇ? 2 ਉਂਗਲਾਂ ਖੜੀਆਂ ਕਰਕੇ। ਤੇ ਇਸ ਦੇ ਵਿੱਚ ਵੀ ਆਪਣੀ ਕੀ ਸਥਿਤੀ ਹੈ? ਆਪਣਾ ਹੱਥ। ਸਰੀਰਕ ਭਾਸ਼ਾ ਦਾ ਸਾਧਨ ਹੱਥ ਹੈ। ਠੀਕ ਹੈ। ਨੰਬਰ 2, ਤੁਹਾਨੂੰ ਕਿਸੇ ਦੀ ਗੱਲ ਸਮਝ ਨਹੀਂ ਆਈ ਤਾਂ ਇਸ ਦਾ ਬੱਚਿਓ ਤੁਸੀਂ ਪ੍ਰਗਟਾਵਾ ਕਿਸ ਤਰ੍ਹਾਂ ਕਰੋਗੇ? ਮੂੰਹ 'ਤੇ ਇਸ ਤਰ੍ਹਾਂ ਹੱਥ ਰੱਖ ਕੇ। ਅਤੇ ਇਹਦੇ ਵਿੱਚ ਸਰੀਰਕ ਭਾਸ਼ਾ ਦਾ ਸਾਧਨ ਕੀ ਹੈ ਬੱਚਿਓ? ਆਪਣਾ ਚਿਹਰਾ। ਤੁਹਾਨੂੰ ਕਿਸੇ ਦੀ ਗੱਲ ਪਸੰਦ ਆਈ ਅਤੇ ਤੁਸੀਂ ਉਸ ਨਾਲ ਸਹਿਮਤ ਹੋ ਤਾਂ ਤੁਸੀਂ ਇਸ ਤਰ੍ਹਾਂ ਚਿਹਰਾ ਕਰੋਗੇ। ਠੀਕ ਹੈ। ਅਤੇ ਇਹਦੇ ਵਿੱਚ ਵੀ ਸਰੀਰਕ ਭਾਸ਼ਾ ਦਾ ਸਾਧਨ ਕੀ ਹੈ? ਆਪਣਾ ਚਿਹਰਾ। ਤੁਹਾਨੂੰ ਸਾਹਮਣੇ ਵਾਲੇ ਦੀ ਗੱਲ ਉੱਤੇ ਸ਼ੱਕ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਚਿਹਰਾ ਬਣਾਓਗੇ। ਅਤੇ ਇਹਦੇ ਵਿੱਚ ਸਰੀਰਕ ਭਾਸ਼ਾ ਦਾ ਸਾਧਨ ਕੀ ਹੈ ਬੱਚਿਓ? ਅੱਖਾਂ। ਤੁਸੀਂ ਚੱਲਦੀ ਗੱਲਬਾਤ ਵਿੱਚ ਕਿਸੇ ਨੂੰ ਵਿੱਚ ਨਾ ਬੋਲਣ ਤੋਂ ਰੋਕਣਾ ਹੈ। ਠੀਕ ਹੈ। ਤਾਂ ਤੁਸੀਂ ਇਸ ਤਰ੍ਹਾਂ ਅੱਖਾਂ ਕਰੋਗੇ। ਇਹਦੇ ਵਿੱਚ ਵੀ ਸਰੀਰਕ ਭਾਸ਼ਾ ਦਾ ਸਾਧਨ ਅੱਖਾਂ ਹਨ। ਤੁਸੀਂ ਕਿਸੇ ਗੱਲ ਤੋਂ ਦੁਖੀ ਹੋ ਅਤੇ ਤੁਹਾਡਾ ਮਨ ਉਦਾਸ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਪ੍ਰਗਟਾਵਾ ਕਰੋਗੇ। ਅਤੇ ਇਹਦੇ ਵਿੱਚ ਆਪਣਾ ਸਮੁੱਚਾ ਸਰੀਰ ਜਿਹੜਾ ਉਹ ਹਾਵ ਭਾਵ ਪ੍ਰਗਟ ਕਰ ਰਿਹਾ ਹੈ। ਤੁਸੀਂ ਕਿਸੇ ਤੋਂ ਕੋਈ ਸਾਹਿਤਕ ਰਚਨਾ ਲਿਖਣ ਦੀ ਅਵਸਥਾ ਵਿੱਚ ਹੋ। ਤੁਸੀਂ ਕੋਈ ਹੋਰ ਸਾਹਿਤਕ ਰਚਨਾ ਲਿਖਣ ਦੀ ਅਵਸਥਾ ਵਿੱਚ ਹੋ ਅਤੇ ਰਚਨਾ ਬਾਰੇ ਆਪਣੇ ਮਨ ਵਿੱਚ ਗੰਭੀਰਤਾ ਨਾਲ ਸੋਚ ਰਹੇ ਹੋ। ਠੀਕ ਹੈ। ਤਾਂ ਤੁਸੀਂ ਇਸ ਤਰ੍ਹਾਂ ਸੋਚੋਗੇ। ਅਤੇ ਇਹਦਾ ਸਮੁੱਚਾ ਸਾਧਨ ਕੀ ਹੈ ਵਿੱਚ ਭਾਸ਼ਾ ਦਾ ਸਾਧਨ? ਸਮੁੱਚਾ ਸਰੀਰ। ਅਸੀਂ ਦੇਖਿਆ ਹੈ ਕਿ ਉਪਰੋਕਤ ਅਲੱਗ-ਅਲੱਗ ਭਾਵਾਂ ਨੂੰ ਅਸੀਂ ਆਪਣੇ ਸਰੀਰ ਦੇ ਅਲੱਗ-ਅਲੱਗ ਅੰਗਾਂ ਨਾਲ ਪ੍ਰਗਟਾ ਬਿਨਾਂ ਬੋਲੇ ਹੀ ਕੀਤਾ ਜਾ ਸਕਦਾ ਹੈ। ਇਸ ਪ੍ਰਕਾਰ ਜਦੋਂ ਅਸੀਂ ਬਿਨਾਂ ਬੋਲੇ ਆਪਣੇ ਭਾਵ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਸਰੀਰਕ ਭਾਸ਼ਾ ਕਿਹਾ ਜਾਂਦਾ ਹੈ। ਇਸ ਨੂੰ ਗੈਰ ਭਾਸ਼ਾਈ ਸੰਚਾਰ ਕਿਹਾ ਜਾਂਦਾ ਹੈ। ਇਸ ਵਿੱਚ ਪ੍ਰਮੁੱਖ ਤੌਰ 'ਤੇ ਹੱਥ, ਅੱਖਾਂ, ਚਿਹਰਾ ਅਤੇ ਸਮੁੱਚੇ ਸਰੀਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੇ ਹੁਣ ਕੁਝ ਹੋਰ ਭਾਵਾਂ ਅਤੇ ਸਥਿਤੀਆਂ ਵਾਲੀਆਂ ਕਿਰਿਆਵਾਂ ਦਾ ਅਭਿਆਸ ਕਰਨਾ ਹੈ। ਉਹ ਇਸ ਅਭਿਆਸ ਵਿੱਚ ਆਪਣਾ ਮੁਲਾਂਕਣ ਖੁਦ ਹੇਠ ਲਿਖੇ 2 ਢੰਗਾਂ ਨਾਲ ਕਰ ਸਕਦੇ ਹਨ ਅਤੇ ਆਪਣੀ ਸਰੀਰਕ ਭਾਸ਼ਾ ਰਾਹੀਂ ਸੰਚਾਰ ਕਰਨ ਵਿੱਚ ਮਹਾਰਤ ਪ੍ਰਾਪਤ ਕਰ ਸਕਦੇ ਹਨ। ਸ਼ੀਸ਼ੇ ਸਾਹਮਣੇ ਅਲੱਗ-ਅਲੱਗ ਭਾਵਾਂ ਨੂੰ ਪ੍ਰਗਟਾਉਣ ਦਾ ਅਭਿਆਸ ਖੁਦ ਦੇਖ ਕੇ ਕਰੋ। ਤੁਹਾਨੂੰ ਆਪਣੀ ਅਵਸਥਾ ਦਾ ਅੰਦਾਜ਼ਾ ਲੱਗ ਸਕਦਾ ਹੈ ਜਿਸ ਵਿੱਚ ਤੁਸੀਂ ਸੁਧਾਰ ਕਰ ਸਕਦੇ ਹੋ। ਅਦਾਕਾਰੀ, ਐਕਟਿੰਗ ਸਿੱਖਣ ਲਈ ਇਹ ਇੱਕ ਲਾਭਕਾਰੀ ਗਤੀਵਿਧੀ ਹੈ। ਆਪਣੇ ਭਾਵਾਂ ਨੂੰ ਪ੍ਰਗਟ ਕਰਦੇ ਸਮੇਂ ਮੋਬਾਈਲ ਰਾਹੀਂ ਆਪਣੀ ਫੋਟੋ ਜਾਂ ਵੀਡੀਓ ਤਿਆਰ ਕਰਕੇ ਬਾਅਦ ਵਿੱਚ ਉਸ ਨੂੰ ਦੇਖੋ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੋ ਮੈਂ ਪ੍ਰਗਟ ਕਰਨਾ ਚਾਹੁੰਦਾ ਸੀ ਉਹ ਕਿੰਨਾ ਕੁ ਹੋ ਗਿਆ ਅਤੇ ਕਿੰਨਾ ਕੁ ਰਹਿ ਗਿਆ। ਇਸ ਤਰ੍ਹਾਂ ਨਿਰੰਤਰ ਅਭਿਆਸ ਨਾਲ ਅਸੀਂ ਆਪਣੀ ਸਰੀਰਕ ਭਾਸ਼ਾ ਨਾਲ ਵੀ ਭਾਵਾਂ ਨੂੰ ਸੰਚਾਰਿਤ ਕਰ ਸਕਦੇ ਹਾਂ। ਇਹ ਇੱਕ ਸੰਚਾਰ ਕਰਨ ਦੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਵਿਧੀ ਹੈ ਕਿਉਂਕਿ ਤੁਹਾਡੇ ਬੋਲਣ ਤੋਂ ਪਹਿਲਾਂ ਤੁਹਾਡੇ ਸਰੀਰ ਦੀ ਭਾਸ਼ਾ ਰਾਹੀਂ ਹੀ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਪੈ ਜਾਂਦਾ ਹੈ। ਜੋ ਲੋਕ ਬੋਲਣ ਅਤੇ ਸੁਣਨ ਤੋਂ ਅਸਮਰੱਥ ਹਨ ਉਹਨਾਂ ਲਈ ਇਸ ਦੀ ਵਿਸ਼ੇਸ਼ ਅਹਿਮੀਅਤ ਹੈ। ਸਰੀਰਕ ਭਾਸ਼ਾ ਦੇ ਮਹੱਤਵ ਅਤੇ ਤਾਕਤ ਦੀ ਸਭ ਤੋਂ ਵੱਡੀ ਉਦਾਹਰਨ ਵਿਸ਼ਵ ਪ੍ਰਸਿੱਧ ਅਦਾਕਾਰ ਚਾਰਲੀ ਚੈਪਲਿਨ ਹੈ। ਚਾਰਲੀ ਚੈਪਲਿਨ ਨੇ ਆਪਣੀਆਂ ਸਾਰੀਆਂ ਫਿਲਮਾਂ ਵਿੱਚ ਅਦਾਕਾਰੀ ਬਿਨਾਂ ਬੋਲੇ ਹੀ ਆਪਣੀ ਸਰੀਰਕ ਭਾਸ਼ਾ ਦਾ ਪ੍ਰਯੋਗ ਕਰਕੇ ਕੀਤੀ ਹੈ। ਵਿਦਿਆਰਥੀ YouTube ਤੋਂ ਚਾਰਲੀ ਚੈਪਲਿਨ ਦੀਆਂ ਘੱਟੋ-ਘੱਟ 2 ਫਿਲਮਾਂ ਦੇਖਣਗੇ। ਇਹ ਫਿਲਮਾਂ ਦੇਖਣ ਤੋਂ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ ਸਰੀਰਕ ਭਾਸ਼ਾ ਰਾਹੀਂ ਪ੍ਰਗਟਾ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ।
ਇਹਨਾਂ ਫਿਲਮਾਂ ਨੂੰ ਦੇਖ ਕੇ ਵਿਦਿਆਰਥੀ ਆਪਣੀ ਸਰੀਰਕ ਭਾਸ਼ਾ ਦੇ ਨਿਰੰਤਰ ਅਭਿਆਸ ਰਾਹੀਂ ਹੋਰ ਵੀ ਨਿਖਾਰ ਲਿਆ ਸਕਦੇ ਹਨ। ਆਓ ਹੁਣ ਆਪਣੀ ਇੱਕ ਸਥਿਤੀ ਨੂੰ ਰੋਲ ਪਲੇ ਦੇ ਮਾਧਿਅਮ ਰਾਹੀਂ ਪ੍ਰਗਟ ਕਰਦੇ ਹਾਂ। ਇਸ ਰੋਲ ਪਲੇ ਵਿੱਚ ਕੋਈ ਵੀ ਵਿਦਿਆਰਥੀ ਬੋਲੇਗਾ ਨਹੀਂ, ਸਗੋਂ ਆਪਣੀ ਸਰੀਰਕ ਭਾਸ਼ਾ, ਹੱਥਾਂ, ਅੱਖਾਂ, ਚਿਹਰਾ, ਸਰੀਰ ਰਾਹੀਂ ਹੀ ਸਾਰੀ ਸਥਿਤੀ ਨੂੰ ਇਸ ਪ੍ਰਕਾਰ ਪ੍ਰਗਟ ਕਰਨਗੇ ਕਿ ਸਾਰੀ ਜਮਾਤ ਨੂੰ ਸਮਝ ਆ ਜਾਵੇ। ਇਸ ਸਥਿਤੀ ਵਿੱਚ ਦੇਖਣ ਵਾਲਿਆਂ ਨੂੰ ਨਹੀਂ ਪਤਾ ਹੋਣੀ ਚਾਹੀਦੀ। ਵਿਦਿਆਰਥੀ ਇਹ ਬਹਿਸ ਕਰ ਰਹੇ ਹਨ ਕਿ ਕਿਹੜੀ ਖੇਡ ਖੇਡੀ ਜਾਵੇ। ਅਲੱਗ-ਅਲੱਗ ਵਿਦਿਆਰਥੀ ਅਲੱਗ-ਅਲੱਗ ਖੇਡਾਂ ਕ੍ਰਿਕਟ, ਹਾਕੀ, ਵਾਲੀਬਾਲ, ਫੁੱਟਬਾਲ, ਕਬੱਡੀ, ਰੱਸਾ ਟੱਪਣਾ, ਖੋ-ਖੋ, ਦੌੜਾਂ ਲਈ ਬਾਕੀਆਂ ਨੂੰ ਪ੍ਰੇਰਿਤ ਕਰ ਰਹੇ ਹਨ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਾਰੇ ਵਿਦਿਆਰਥੀ ਇਕੱਠੇ ਹੀ ਆਪਣਾ ਪ੍ਰਗਟਾਵਾ ਸ਼ੁਰੂ ਨਾ ਕਰ ਦੇਣ। ਵਾਰੀ-ਵਾਰੀ ਅਲੱਗ-ਅਲੱਗ ਵਿਦਿਆਰਥੀ ਆਉਣ ਅਤੇ ਆਪਣੀ ਮਨਪਸੰਦ ਖੇਡ ਦਾ ਪ੍ਰਗਟਾਵਾ ਕਰਨ। ਕੁਝ ਵਿਦਿਆਰਥੀ 2 ਜਾਂ 3 ਖੇਡਾਂ ਵਿੱਚ ਦਿਲਚਸਪੀ ਪ੍ਰਗਟ ਕਰਨਗੇ। ਕੁਝ ਵਿਦਿਆਰਥੀ ਖੇਡਣ ਨਾਲੋਂ ਪੜ੍ਹਾਈ ਕਰਨ ਦੀ ਇੱਛਾ ਪ੍ਰਗਟ ਕਰ ਰਹੇ ਹਨ। ਕੁਝ ਵਿਦਿਆਰਥੀ ਕੰਪਿਊਟਰ ਲੈਬ ਵਿੱਚ ਪੀਰੀਅਡ ਲਗਾਉਣਾ ਚਾਹੁੰਦੇ ਹਨ। ਕੁਝ ਵਿਦਿਆਰਥੀ ਕਵਿਤਾ ਜਾਂ ਗੀਤ ਗਾਉਣ ਦਾ ਜਮਾਤ ਵਿੱਚ ਮੁਕਾਬਲਾ ਕਰਾਉਣ ਲਈ ਪ੍ਰੇਰਿਤ ਕਰਨਗੇ। ਇਸ ਪ੍ਰਕਾਰ ਹੋਰ ਵੀ ਅਨੇਕ ਸੰਭਾਵਨਾਵਾਂ ਹਨ ਜੋ ਵਿਦਿਆਰਥੀ ਆਪਣੇ ਪੱਧਰ 'ਤੇ ਪੇਸ਼ ਕਰ ਸਕਦੇ ਹਨ। ਅੰਤ 'ਤੇ ਸਾਰੇ ਵਿਦਿਆਰਥੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹੁੰਦੇ ਅਤੇ ਬਿਨਾਂ ਲੜੇ ਇੱਕ ਦੂਜੇ ਨਾਲ ਨਾਰਾਜ਼ਗੀ ਪ੍ਰਗਟ ਕਰਦੇ ਹਨ ਅਤੇ ਅੰਤ 'ਤੇ ਇੱਕ ਵਿਦਿਆਰਥੀ ਜੋ ਸਮਝਦਾਰ ਹੋਣ ਦਾ ਅਭਿਨੈ ਕਰਦਾ ਹੋਇਆ ਜਮਾਤ ਦੇ ਬਲੈਕਬੋਰਡ ਨੂੰ ਟੈਲੀਵਿਜ਼ਨ ਸਮਝਦਾ ਹੋਇਆ ਅਤੇ ਜਿਓਮੈਟਰੀ ਬਾਕਸ ਨੂੰ ਰਿਮੋਟ ਬਣਾ ਕੇ ਕੋਈ ਨੱਚਣ ਵਾਲਾ ਗੀਤ ਚਾਲੂ ਕਰੇਗਾ। ਗੀਤ ਦਾ ਸਿਰਫ ਪ੍ਰਭਾਵ ਸਿਰਜਣਾ ਹੈ, ਸੱਚਮੁੱਚ ਨਹੀਂ ਚਲਾਉਣਾ। ਬਾਕੀ ਸਾਰੇ ਬਲੈਕਬੋਰਡ ਵੱਲ ਦੇਖ ਕੇ ਆਪੋ ਆਪਣੀ ਮਰਜ਼ੀ ਦਾ ਗੀਤ ਮੰਨ ਕੇ ਨੱਚਣਗੇ। ਸ਼ਰਤ ਇਹ ਹੈ ਕਿ ਨੱਚਦੇ ਸਮੇਂ ਕੋਈ ਆਵਾਜ਼ ਜਾਂ ਹਾਸਾ ਨਹੀਂ ਆਉਣਾ ਚਾਹੀਦਾ। ਇਹ ਸਾਰਾ ਕੁਝ ਕੇਵਲ ਮੂਕ ਅਭਿਨੈ ਦੇ ਰੂਪ ਵਿੱਚ ਆਪਣੀ ਸਰੀਰਕ ਭਾਸ਼ਾ ਰਾਹੀਂ ਪ੍ਰਗਟ ਕਰਨਾ ਹੈ। ਅੰਤ 'ਤੇ ਵਿਦਿਆਰਥੀ ਆਪਸੀ ਏਕਤਾ ਅਤੇ ਸਾਂਝ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਖਾਸ ਸਥਿਤੀ ਵਿੱਚ ਜੜ ਹੋ ਜਾਣਗੇ। ਅਧਿਆਪਕ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਪ ਕਰਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੇ। ਕੇਵਲ ਖਾਸ ਸਥਿਤੀ ਅਤੇ ਲੋੜ ਅਨੁਸਾਰ ਹੀ ਅਗਵਾਈ ਕਰੇ। ਅਜਿਹੀਆਂ ਹੋਰ ਅਨੇਕਾਂ ਸਥਿਤੀਆਂ ਸਕੂਲ, ਘਰ ਜਾਂ ਕਿਤੇ ਹੋਰ ਥਾਂ ਦੀ ਕਲਪਨਾ ਕਰਕੇ ਵੱਧ ਤੋਂ ਵੱਧ ਅਭਿਆਸ ਕੀਤਾ ਜਾ ਸਕਦਾ ਹੈ। ਹੁਣ ਵਿਦਿਆਰਥੀ ਸਰੀਰਕ ਭਾਸ਼ਾ ਦਾ ਪ੍ਰਯੋਗ ਕਰਕੇ ਆਮ ਜੀਵਨ ਵਿੱਚ ਆਪਣਾ ਸੰਚਾਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਵੱਧ ਤੋਂ ਵੱਧ ਅਭਿਆਸ ਕਰਨ। ਵਿਦਿਆਰਥੀ ਹੇਠ ਲਿਖੀ ਵਰਕਸ਼ੀਟ ਅਭਿਆਸੀ ਕਿਰਿਆ ਵਜੋਂ ਆਪਣੇ ਘਰ ਜਾ ਕੇ ਭਰਨਗੇ। ਸਰੀਰਕ ਅੰਗ ਕੀ ਹੈ ਬੱਚਿਓ? ਕੋਈ 5 ਭਾਵਾਂ ਜਾਂ ਸਥਿਤੀਆਂ ਲਿਖ ਕੇ ਪ੍ਰਗਟ ਕਰੋ ਅਤੇ ਭਾਵ ਪੇਸ਼ ਕਰਦਾ ਸਕੈਚ ਜਾਂ ਫੋਟੋ ਆਦਿ। ਅਤੇ ਸਭ ਤੋਂ ਪਹਿਲਾਂ ਦੇਖਦੇ ਹਾਂ ਵਿੱਚੋਂ ਸਰੀਰਕ ਅੰਗ ਕਿਹੜਾ? ਆਪਣਾ ਅੱਖਾਂ। ਠੀਕ ਹੈ, ਇਸ ਨੂੰ ਸਥਿਤੀਆਂ ਵਾਲਾ ਕਿਹੜਾ ਕਰ ਸਕਦੇ? ਤੁਹਾਨੂੰ ਸਾਹਮਣੇ ਵਾਲੀ ਦੀ ਗੱਲ 'ਤੇ ਸ਼ੱਕ ਹੈ ਤਾਂ ਇਸ ਦਾ ਭਾਵ ਤੁਸੀਂ ਫੋਟੋ ਜਾਂ ਸਕੈਚ ਬਣਾ ਕੇ ਕਰਨਾ ਅਤੇ ਤੁਸੀਂ ਖੁਦ ਕਰਨਾ ਬੱਚਿਓ। ਹੱਥ, ਠੀਕ ਹੈ, ਹੱਥ ਨਾਲ ਆਪਣੀ ਜਿੱਤ ਦਾ ਐਲਾਨ ਕਰਨਾ। ਜਿੱਤ ਦਾ ਐਲਾਨ ਕਿਸ ਤਰ੍ਹਾਂ ਕਰਨਾ? 2 ਉਂਗਲੀਆਂ ਨਾਲ। ਇੱਥੇ ਤੁਸੀਂ ਆਪਣੀ ਫੋਟੋ ਜਾਂ ਕੋਈ ਸਕੈਚ ਬਣਾ ਸਕਦੇ ਹੋ। ਚਿਹਰੇ ਦੀ ਮਦਦ ਨਾਲ ਕੀ ਕਰਨਾ? ਕਿਸੇ ਦੀ ਗੱਲ ਸਮਝ ਨਹੀਂ ਆਈ, ਠੀਕ ਹੈ, ਇਹ ਤੁਸੀਂ ਇੱਥੇ ਬਣਾ ਸਕਦੇ ਹੋ। ਸਰੀਰ, ਤੁਸੀਂ ਕਿਸੇ ਗੱਲ ਤੋਂ ਦੁਖੀ ਹੋ ਅਤੇ ਤੁਹਾਡਾ ਮਨ ਉਦਾਸ ਹੈ, ਇੱਥੇ ਤੁਸੀਂ ਇਸਦਾ ਚਿੱਤਰ ਬਣਾਉਣਾ ਕਿ ਤੁਸੀਂ ਉਦਾਸ ਹੋਣ ਦਾ ਪ੍ਰਗਟਾਵਾ ਕਿਸ ਤਰ੍ਹਾਂ ਕਰੋਗੇ। ਅਧਿਆਪਕ ਵੱਲੋਂ ਟਿੱਪਣੀ ਜਾਂ ਮੁਲਾਂਕਣ। ਪਿਆਰੇ ਵਿਦਿਆਰਥੀਓ, ਜੇਕਰ ਆਪਾਂ ਧਿਆਨ ਨਾਲ ਸੁਣਦੇ ਹਾਂ, ਦੇਖਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਹੀ ਗੱਲ ਸਮਝ ਆਉਂਦੀ ਹੈ ਅਤੇ ਜਦੋਂ ਹਰ ਸ਼ਬਦ ਸਹੀ ਉਚਾਰਦੇ ਹਾਂ ਤਾਂ ਦੂਜਿਆਂ ਤੱਕ ਸਹੀ ਸੁਨੇਹਾ ਪਹੁੰਚਦਾ ਹੈ। ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਦੇ ਨਾਲ ਸਰੀਰਕ ਭਾਸ਼ਾ ਦਾ ਵੀ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਸਾਡੀ ਬੋਲਣ ਦੀ ਭਾਸ਼ਾ ਤੋਂ ਪਹਿਲਾਂ ਹੀ ਸਰੀਰਕ ਭਾਸ਼ਾ ਦਾ ਵਿਕਾਸ ਹੋ ਚੁੱਕਿਆ ਸੀ। ਇਸ ਕਰਕੇ ਸਾਡੇ ਸ਼ਬਦ ਬਾਅਦ ਵਿੱਚ ਮੂੰਹੋਂ ਨਿਕਲਦੇ ਹਨ ਅਤੇ ਹੱਥਾਂ ਦੀਆਂ ਉਂਗਲਾਂ, ਅੱਖਾਂ, ਚਿਹਰੇ ਦੇ ਭਾਗ ਪਹਿਲਾਂ ਹਰਕਤ ਵਿੱਚ ਆ ਜਾਂਦੇ ਹਨ। ਇਸ ਤਰ੍ਹਾਂ ਵਿੱਚ ਇਹ ਜਿਹੜਾ ਪਾਠ ਹੈ ਕੰਪਲੀਟ ਹੋ ਗਿਆ। ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਅਤੇ ਪਲੇਲਿਸਟ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ। ਧੰਨਵਾਦ।